ਧੰਨ ਵਾਹਿਗੁਰੂ ਸਾਹਿਬ ਜੀਓ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੋ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਓ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਰ ਦਿਆਲਾ, ਨਾਨਕ ਘਰ ਕੇ ਗੋਲੇ। ਜੁਗ ਹੋ ਜੁਗ ਅਟਲ, ਚਵਰ ਛਤਰ ਔਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਔਰ ਮਹਾਨ ਗੋਦ ਦੇ ਅੰਦਰ ਸੱਜ ਬੈਠੇ ਹੋਏ ਅਤੀ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪ ਸਭਨਾਂ ਦੇ ਉੱਤੇ ਮਿਹਰਮਤਾਂ ਕੀਤੀਆਂ ਹਨ, ਜੋ ਕਿ ਰੱਬੀ ਬਾਣੀ, ਇਲਾਹੀ ਬਾਣੀ, ਤੁਰਕੀ ਬਾਣੀ ਆਈ ਦੇ ਨਾਲ ਸਾਂਝ ਪਾ ਕਰਕੇ ਆਪ ਜੀ ਆਪਣਾ ਜੀਵਨ ਸਫਲਾ ਬਣਾ ਰਹੇ ਹੋ ਔਰ ਸਤਿਗੁਰਾਂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹੋ। ਸਤਿਗੁਰਾਂ ਦੀ ਕਿਰਪਾ ਦੇ ਸਦਕਾ ਆਪ ਸਭਨਾਂ ਨੂੰ ਭਲੀ ਭਾਂਤੀ ਗਿਆਤ ਹੈ ਕਿ ਜਪਜੀ ਸਾਹਿਬ ਜੀ ਕੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਕੁਝ ਕੁ ਸਮੇਂ ਦੇ ਵਿੱਚੋਂ ਆਪਾਂ ਸਮਾਂ ਕੱਢ ਕੇ ਕਰਨ ਦਾ ਯਤਨ ਕਰ ਰਹੇ ਹਾਂ। ਆਰੰਭ ਦੇ ਵਿੱਚ ਜੋ ਮੂਲ ਮੰਤਰ ਸਤਿਗੁਰਾਂ ਨੇ ਉਚਾਰਨ ਕੀਤਾ, ਰੱਬ ਦੇ ਪ੍ਰਤੀ, ਪਰਮਾਤਮਾ ਦੇ, ਨਿਰੰਕਾਰ ਦੇ ਜਿਹੜੇ ਮਹਾਨ ਗੁਣ ਨੇ, ਉਹਨਾਂ ਗੁਣਾਂ ਦਾ ਸਤਿਗੁਰਾਂ ਨੇ ਇਸ ਮੂਲ ਮੰਤਰ ਦੇ ਅੰਦਰ ਨਿਰੂਪਣ ਕੀਤਾ ਹੈ। ਕੁਝ ਕੁ ਗੁਣ ਆਪਾਂ ਵਿਚਾਰ ਚੁੱਕੇ ਹਾਂ। ਮੈਂ ਥੋੜ੍ਹਾ ਜਿਹਾ ਜ਼ਿਕਰ ਕਰਦਾ ਜਾਵਾਂ। ਜਿਵੇਂ ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਸਤਨਾਮ ਉਹਦਾ ਨਾਮ ਜਿਹੜਾ ਸਤ ਹੈ, ਸਦੀ ਵੀ ਸਤ ਹੈ। ਕਰਤਾ ਪੁਰਖ ਸਭ ਕੁਝ ਬਣਾਉਣ ਵਾਲਾ ਉਹੀ ਹੈ ਅਤੇ ਬਣਾ ਕੇ ਇਹਦੇ ਵਿੱਚ ਸਮਾਇਆ ਹੋਇਆ ਹੈ। ਨਿਰਭਉ ਪਰਮਾਤਮਾ ਕਿਸੇ ਦਾ ਭੈ ਨਹੀਂ ਖਾਂਦਾ, ਕਿਸੇ ਕੋਲ ਭਾਵ ਡਰਦਾ ਨਹੀਂ। ਨਿਰਵੈਰ, ਜੇ ਪਰਮਾਤਮਾ ਕਿਸੇ ਕੋਲੋਂ ਡਰਦਾ ਨਹੀਂ ਅਤੇ ਉਹਦਾ ਵੈਰ ਵੀ ਕਿਸੇ ਨਾਲ ਨਹੀਂ, ਭਾਵ ਕਿਸੇ ਦਾ ਦੁਸ਼ਮਣ ਨਹੀਂ, ਉਹ ਕਿਸੇ ਨਾਲ ਵੈਰ ਨਹੀਂ ਰੱਖਦਾ। ਅਕਾਲ ਮੂਰਤ, ਜਿਹੜੀ ਉਹਦੀ ਹਸਤੀ ਹੈ, ਉਹਦੀ ਮੂਰਤ ਹੈ, ਉਹ ਕਾਲ ਤੋਂ ਰਹਿਤ ਹੈ, ਭਾਵ ਸਮੇਂ ਤੋਂ ਰਹਿਤ ਹੈ, ਮੌਤ ਤੋਂ ਰਹਿਤ ਹੈ। ਜੂਨੀ, ਭਾਵ ਜੂਨਾਂ ਦੇ ਵਿੱਚ ਨਹੀਂ ਆਉਂਦਾ, ਆਵਾਗਮਨ ਦੇ ਚੱਕਰ ਤੋਂ ਬਾਹਰ ਹੈ। ਨਾ ਜੰਮਦਾ ਏ, ਨਾ ਮਰਦਾ ਏ, ਨਾ ਬਚਪਨ, ਨਾ ਜਵਾਨੀ, ਨਾ ਬੁਢੇਪਾ। ਕਿਸੇ ਵੀ ਸਮੇਂ ਦਾ ਪ੍ਰਭਾਵ ਉਹਦੀ ਹਸਤੀ ਦੇ ਉੱਤੇ ਨਹੀਂ ਪੈਂਦਾ। ਸਤਿਗੁਰਾਂ ਨੇ ਇਹ ਸਾਰੇ ਆਪਾਂ ਗੁਣ ਵਿਚਾਰ ਚੁੱਕੇ ਸਾਂ। ਜਿਹੜਾ ਅੱਜ ਦਾ ਗੁਣ ਵਿਚਾਰਨਾ, ਮੂਲ ਮੰਤਰ ਦੇ ਅਖੀਰ ਦੇ ਵਿੱਚ ਸਤਿਗੁਰਾਂ ਨੇ ਸ਼ਬਦ ਦਰਜ ਕੀਤਾ। ਇਹ ਸ਼ਬਦ ਹੈ ਜੀ ਗੁਰ ਪ੍ਰਸਾਦ। ਗੁਰ ਪ੍ਰਸਾਦ
ਭਾਵ ਗੁਰੂ ਦੀ ਕਿਰਪਾ, ਗੁਰੂ ਦੀ ਮਿਹਰਮਤ, ਗੁਰੂ ਦੀ ਦਇਆ ਦ੍ਰਿਸ਼ਟੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪ੍ਰਮਾਤਮਾ ਦੇ ਸਾਰੇ ਗੁਣ ਬਿਆਨ ਕਰਕੇ ਅਖੀਰ ਦੇ ਵਿੱਚ ਕਹਿ ਦਿੱਤਾ, ਗੁਰਸਿੱਖਾ, ਜਿਸ ਅਕਾਲ ਪੁਰਖ ਦੇ ਨੂੰ ਤੂੰ ਮਿਲਣਾ ਚਾਹੁੰਦਾ, ਜਿਸ ਇੱਕ ਦੇ ਨਾਲ ਤੂੰ ਅਭੇਦ ਹੋਣਾ ਚਾਹੁੰਦਾ, ਇੱਕ ਗੱਲ ਤੈਨੂੰ ਸਦੀਵੀ ਕਾਲ ਲਈ ਯਾਦ ਰੱਖਣੀ ਚਾਹੀਦੀ ਹੈ ਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਤੂੰ ਉਹਨੂੰ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਤੋਂ ਬਿਨਾਂ ਤੂੰ ਉਹਦੇ ਵਿੱਚ ਇੱਕ ਮਿਕ ਅਭੇਦ ਨਹੀਂ ਹੋ ਸਕਦਾ। ਗੁਰੂ ਤੋਂ ਬਿਨਾਂ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ। ਮੈਂ ਥੋੜ੍ਹੇ ਜਿਹੇ ਤੁਹਾਡੇ ਨਾਲ ਅੰਤਰੀਵ ਜਾ ਕੇ ਅਰਥ ਕਰਨ ਦਾ ਯਤਨ ਕਰਦੇ ਹਾਂ। ਪਹਿਲਾਂ ਆਪਾਂ ਵਿਚਾਰ ਲਈਏ ਗੁਰੂ ਕਿਸ ਨੂੰ ਕਹਿੰਦੇ ਨੇ। ਦਰਅਸਲ ਗੁਰੂ ਸ਼ਬਦ ਦਾ ਪਦਛੇਦ ਕਰੀਏ ਤੇ ਦੋ ਅੱਖਰ ਬਣਦੇ ਨੇ, ਗੂ ਤੇ ਰੂ। ਗੂ ਦਾ ਅਰਥ ਹੁੰਦਾ ਹੈ ਅੰਧਕਾਰ, ਹਨੇਰਾ, ਡਾਰਕਨੈਸ, ਤੇ ਰੂ ਦਾ ਅਰਥ ਹੁੰਦਾ ਹੈ ਪ੍ਰਕਾਸ਼। ਭਾਵ ਐਸੀ ਹਸਤੀ ਜਿਹੜੀ ਗੁਰਸਿੱਖਾ ਤੈਨੂੰ ਅਗਿਆਨਤਾ ਦੇ ਅੰਧਕਾਰ ਦੇ ਵਿੱਚੋਂ ਕੱਢ ਕੇ ਗਿਆਨ ਦੇ ਪ੍ਰਕਾਸ਼ ਦੇ ਵਿੱਚ ਲੈ ਜਾਂਦੀ ਹੈ, ਗਿਆਨ ਦੇ ਨਾਲ ਜੋੜ ਦਿੰਦੀ ਹੈ। ਗਿਆਨ ਕੌਣ ਹੈ? ਪਰਮਾਤਮਾ। ਪ੍ਰਕਾਸ਼ ਕੌਣ ਹੈ? ਪਰਮਾਤਮਾ। ਜਿਹੜੀ ਤੈਨੂੰ ਅਗਿਆਨਤਾ ਦੇ ਅੰਧਕਾਰ ਦੇ ਵਿੱਚੋਂ ਕੱਢ ਕੇ ਗਿਆਨ ਦੇ ਨਾਲ, ਪ੍ਰਕਾਸ਼ ਦੇ ਨਾਲ, ਪਰਮਾਤਮਾ ਦੇ ਨਾਲ ਜੋੜ ਦਿੰਦੀ ਹੈ, ਉਸ ਹਸਤੀ ਦਾ ਨਾਮ ਹੈ ਗੁਰੂ। ਸਤਿਗੁਰਾਂ ਨੇ ਅੱਗੇ ਵਾਹ ਲਾ ਦਿੱਤਾ, ਆਪਾਂ ਕਹਿ ਦਿੰਦੇ ਹਾਂ ਸਤਿਕਾਰ ਦੇ ਨਾਲ, ਵਾਹ ਗੁਰੂ। ਸਤਿਗੁਰੂ ਜੀ ਆਖਦੇ ਨੇ, ਵਾਹ ਨਾਮ ਅਚਰਜ ਕੋ ਹੋਈ, ਅਚਰਜ ਤੇ ਉਕਤ ਨਾ ਕੋਈ। ਇਹਦੇ ਤੋਂ ਪਰੇ ਕੋਈ ਵੀ ਨਹੀਂ, ਕੁਝ ਵੀ ਨਹੀਂ। ਗੂ ਤਨ ਗਿਆਨ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਓ ਜਿਨ ਚਿਤ। ਜਿਨਨੇ ਤੇਰੇ ਚਿੱਤ ਦੇ ਵਿੱਚ ਪ੍ਰਕਾਸ਼ ਕਰ ਦਿੱਤਾ, ਤੈਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਦਿੱਤਾ, ਉਹਦਾ ਨਾਮ ਹੈ ਗੁਰੂ। ਮੈਂ ਇੱਕ ਗੱਲ ਇੱਥੇ ਬੜੀ ਸਪਸ਼ਟ ਤੁਹਾਡੇ ਨਾਲ ਸਾਂਝ ਪਾ ਦਿਆਂ। ਸਾਡਾ ਗੁਰੂ ਕੌਣ ਨੇ? ਜਿਹੜਾ ਗੁਰਸਿੱਖ ਹੈ, ਜਿਹੜਾ ਸਿੱਖ ਹੈ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ 10 ਪਾਤਸ਼ਾਹੀਆਂ ਦੇ ਵਿੱਚ ਗੁਰਸਿੱਖ ਦੀ ਸ਼ਰਧਾ ਭਾਵਨਾ ਹੈ। 10 ਪਾਤਸ਼ਾਹੀਆਂ ਨੂੰ ਆਪਣਾ ਇਸ਼ਟ, ਆਪਣਾ ਗੁਰੂ ਮੰਨਦਾ ਗੁਰਸਿੱਖ, ਹੋਰ ਕਿਸੇ ਨੂੰ ਨਹੀਂ। ਤੇ 11ਵਾਂ ਗੁਰੂ ਸਾਡਾ ਕੌਣ ਹੈ? ਉਹ ਵੀ ਸੁਣ ਲਵੋ। ਸਤਿਗੁਰਾਂ ਦੀ ਬਾਣੀ ਆਖਦੀ ਏ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਾਡਾ ਗੁਰੂ ਅੱਜ ਗੁਰਬਾਣੀ ਹੈ, ਸ਼ਬਦ ਹੈ, ਕੋਈ ਦੇਹਧਾਰੀ ਅੱਜ ਸਾਡਾ ਗੁਰੂ ਨਹੀਂ। ਗੁਰਸਿੱਖ ਦਾ ਗੁਰੂ ਕੇਵਲ ਬਾਣੀ ਹੈ। ਕਿਉਂ? ਕਿਉਂਕਿ ਬਾਣੀ ਹੀ ਸਾਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਸਕਦੀ ਏ। ਬਾਣੀ ਸਾਨੂੰ ਗਿਆਨ ਦਿੰਦੀ ਏ, ਪ੍ਰਕਾਸ਼ ਦਿੰਦੀ ਏ, ਸਾਨੂੰ ਸੋਝੀ ਬਖਸ਼ਿਸ਼ ਕਰਦੀ ਏ ਵੀ ਕਿਵੇਂ ਇਸ ਭਵ ਸਾਗਰ ਤੋਂ ਲੰਘਿਆ ਜਾ ਸਕਦਾ ਹੈ, ਕਿਵੇਂ ਇਸ ਸੰਸਾਰ ਤੋਂ ਪਾਰ ਲੰਘ ਕੇ ਪਰਮਾਤਮਾ ਦੇ ਘਰ ਪਹੁੰਚਿਆ ਜਾ ਸਕਦਾ ਹੈ। ਸਤਿਗੁਰਾਂ ਨੇ ਤਾਂ ਹੀ ਆਖਿਆ, ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਇਸ ਜਗ ਦੇ ਵਿੱਚ ਚਾਨਣ ਹੈ, ਪ੍ਰਕਾਸ਼ ਹੈ। ਗੁਰੂ ਤੋਂ ਬਿਨਾਂ ਸਾਨੂੰ ਇਸ ਅੰਧਕਾਰ ਦੇ ਵਿੱਚੋਂ ਕੋਈ ਨਹੀਂ ਜੇ ਕੱਢ ਸਕਦਾ। ਦਰਅਸਲ ਜਿਹੜਾ ਅੰਧਕਾਰ ਹੁੰਦਾ ਨਾ, ਜੋ ਅਗਿਆਨਤਾ ਦਾ ਅੰਧਕਾਰ ਹੈ, ਜਾਂ ਬਾਹਰੀ ਅਗਿਆਨਤਾ ਦੇ ਅੰਧਕਾਰ ਦੀ ਗੱਲ ਕਰ ਲਈਏ, ਜਿਹੜਾ ਹਨੇਰਾ ਹੈ ਹਮੇਸ਼ਾ ਦੁਖਦਾਈ ਹੁੰਦਾ ਹੈ। ਵੇਖੋ ਸੰਸਾਰ ਦੇ ਉੱਤੇ ਜਦੋਂ ਸੂਰਜ ਚੜ੍ਹਦਾ ਹੈ, ਲੋਕ ਬੜੇ ਪ੍ਰਸੰਨ ਹੁੰਦੇ ਨੇ, ਪ੍ਰਕਾਸ਼ ਹੋ ਗਿਆ, ਲੋਕ ਆਪਣੇ ਕੰਮ ਧੰਦਿਆਂ ਦੇ ਉੱਤੇ ਜਾਂਦੇ ਨੇ। ਪਰ ਅੰਧਕਾਰ ਬੜਾ ਦੁਖਦਾਈ ਹੁੰਦਾ ਹੈ, ਬੜਾ ਦੁਖਦਾਈ। ਹਨੇਰੇ ਦੇ ਵਿੱਚ ਜੀਵਨ ਜਿਹੜਾ ਬੜਾ ਕਠਿਨ ਹੋ ਜਾਂਦਾ ਹੈ। ਪਰ ਖਿਆਲ ਕਰਿਆ ਜੇ, ਬਾਹਰ ਦੇ ਅੰਧਕਾਰ ਨੂੰ ਤੇ ਮਨੁੱਖ ਨੇ ਲਾਈਟਾਂ ਜਗਾ ਕੇ
ਦੂਰ ਕਰ ਲਿਆ। ਆ ਜਿਹੜੀਆਂ ਘਰ ਘਰ ਦੇ ਵਿੱਚ ਜਦੋਂ ਸੂਰਜ ਅਸਤ ਹੋ ਜਾਂਦਾ, ਘਰ ਘਰ ਵਿੱਚ ਪ੍ਰਕਾਸ਼ ਕਰਦੀ ਹੈ ਦੁਨੀਆ, ਲਾਈਟਾਂ ਜਗਾਉਂਦੀ ਕਾਹਦੇ ਲਈ? ਕਿਉਂਕਿ ਘਰ ਦੇ ਵਿੱਚ ਸੁੱਖ ਰਵੇ, ਘਰ ਦੇ ਵਿੱਚ ਜਿਹੜਾ ਅੰਧਕਾਰ ਰੂਪੀ ਦੁੱਖ ਨਾ ਆਵੇ। ਇਸੇ ਕਰਕੇ ਲਾਈਟਾਂ ਦਾ ਪ੍ਰਕਾਸ਼ ਹੁੰਦਾ ਹੈ। ਪਰ ਇੱਕ ਗੱਲ ਬੜੀ ਵਿਚਾਰਨ ਦੇ ਯੋਗ ਹੈ ਕਿ ਜਿਹੜਾ ਸਾਡੇ ਮਨ ਦੇ ਅੰਦਰ ਅੰਧਕਾਰ ਹੈ, ਬੰਦੇ ਨੇ ਇਹਦੇ ਬਾਰੇ ਕਦੀ ਵੀ ਨਹੀਂ ਸੋਚਿਆ ਵੀ ਇਸ ਅੰਧਕਾਰ ਨੂੰ ਵੀ ਤੇ ਮੈਂ ਦੂਰ ਕਰਨਾ ਹੈ ਨਾ। ਤੇ ਖਿਆਲ ਕਰਿਆ, ਜੇ ਇਹ ਅੰਧਕਾਰ ਕਿਸੇ ਲਾਈਟ ਦੇ ਨਾਲ ਬਾਹਰੀ ਦੀਵਾ ਜਗਾ ਕੇ ਜਾਂ ਬਾਹਰੀ ਲਾਈਟਾਂ ਦੇ ਨਾਲ ਰੌਸ਼ਨੀ ਕਰਕੇ ਤੇ ਦੂਰ ਹੋ ਨਹੀਂ ਸਕਦਾ। ਅੰਦਰ ਦਾ ਅੰਧਕਾਰ ਦੂਰ ਕੌਣ ਕਰੇਗਾ? ਅੰਦਰ ਦਾ ਅੰਧਕਾਰ ਦੂਰ ਕਰਦਾ ਕੇਵਲ ਗੁਰੂ, ਜਿਹਦੇ ਨਾਲ ਅਸੀਂ ਜੁੜਨਾ ਹੈ, ਜਿਹਨੂੰ ਅਸੀਂ ਧਾਰਨ ਕਰਨਾ ਹੈ, ਜਿਹਦੇ ਕੋਲ ਗਿਆਨ ਲੈਣਾ ਹੈ, ਜਿਹਦੇ ਕੋਲ ਸਮੱਤ ਲੈਣੀ ਹੈ। ਕੇਵਲ ਉਹਦੇ ਵਿੱਚ ਸਮਰੱਥਿਆ ਹੈ ਸਾਡੇ ਅੰਦਰ ਦੇ ਅੰਧਕਾਰ ਨੂੰ ਦੂਰ ਕਰਨ ਦੀ। ਕਿਸੇ ਪ੍ਰਕਾਸ਼, ਕਿਸੇ ਲਾਈਟ, ਇੱਥੋਂ ਤੱਕ ਹਜ਼ਾਰਾਂ ਸੂਰਜ ਵੀ ਅਸਮਾਨ ਦੇ ਉੱਤੇ ਕੇਵਲ ਇੱਕ ਸੂਰਜ ਚੜ੍ਹਦਾ, ਸਾਰੀ ਦੁਨੀਆ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਨਾ। ਸਤਿਗੁਰਾਂ ਨੇ ਤਾਂ ਕਹਿ ਦਿੱਤਾ, ਹਜ਼ਾਰਾਂ ਸੂਰਜ, ਲੱਖਾਂ ਸੂਰਜ ਵੀ ਅਸਮਾਨ ਦੇ ਉੱਤੇ ਚੜ੍ਹ ਜਾਣ, ਬੰਦਿਆ ਤੇਰੇ ਅੰਦਰ ਪ੍ਰਕਾਸ਼ ਨਹੀਂ ਕਰ ਸਕਦੇ। ਤੇਰੇ ਅੰਦਰ ਪ੍ਰਕਾਸ਼ ਕਰੇਗੀ ਕੇਵਲ ਗੁਰਬਾਣੀ, ਕੇਵਲ ਸ਼ਬਦ, ਕੇਵਲ ਗੁਰੂ, ਹੋਰ ਕੋਈ ਨਹੀਂ। ਇੱਕ ਬਾਣੀ ਦਾ ਬਚਨ ਤੁਸੀਂ ਪੜ੍ਹਦੇ ਹੋ, ਸਤਿਗੁਰਾਂ ਨੇ ਆਖਿਆ, ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੈ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੰਨਾ ਪ੍ਰਕਾਸ਼ ਧਰਤੀ ਦੇ ਉੱਤੇ ਹੋ ਜਾਵੇ, ਪਰ ਗੱਲ ਚੇਤੇ ਰੱਖੀ, ਗੁਰੂ ਤੋਂ ਬਿਨਾਂ ਹਮੇਸ਼ਾ ਅੰਧਕਾਰ ਦੇ ਵਿੱਚ ਤੇਰਾ ਜੀਵਨ ਡੁੱਬਿਆ ਰਹੇਗਾ, ਕਦੀ ਪ੍ਰਕਾਸ਼ ਵਿੱਚ ਨਹੀਂ ਆ ਸਕਦਾ। ਆਪਣੀ ਸੁਰਤ ਨੂੰ ਚੇਲਾ ਬਣਾ, ਆਪਣੀ ਸੁਰਤ ਨੂੰ ਅਧੀਨ ਕਰ, ਗੁਰੂ ਦੇ ਸ਼ਬਦ ਦੇ ਅਧੀਨ ਕਰ, ਜੇ ਚਾਹੁੰਦਾ ਤੇਰੇ ਜੀਵਨ ਵਿੱਚ ਪ੍ਰਕਾਸ਼ ਹੋਵੇ। ਆਪਾਂ ਤਾਂ ਹੀ ਤੇ ਪੜ੍ਹਦੇ ਹਾਂ, ਸਤਿਗੁਰੂ ਜੀ ਆਖਦੇ ਨੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਪਣੀ ਸੁਰਤ ਨੂੰ ਚੇਲਾ ਬਣਾ, ਸ਼ਬਦ ਨੂੰ ਗੁਰੂ ਧਾਰਨ ਕਰ, ਤਾਂ ਤੇਰੇ ਜੀਵਨ ਦੇ ਅੰਦਰ ਪ੍ਰਕਾਸ਼ ਹੋਣਾ ਹੈ। ਖਿਆਲ ਕਰਿਆ ਜੇ, ਇਸ ਸੰਸਾਰ ਦੇ ਅੰਦਰ ਮੋਹ ਮਾਇਆ ਦੀਆਂ ਬੜੀਆਂ ਨਦੀਆਂ ਵਗਦੀਆਂ, ਬੜੀਆਂ ਨਦੀਆਂ ਵਗਦੀਆਂ, ਬੜੀਆਂ ਗਹਿਰੀਆਂ ਨਦੀਆਂ ਵਗਦੀਆਂ, ਜਿਨ੍ਹਾਂ ਦੇ ਅੰਦਰ ਸਮੁੱਚਾ ਸੰਸਾਰ ਡੁੱਬਿਆ ਪਿਆ ਹੈ। ਮੋਹ ਮਾਇਆ, ਧਨ ਪਦਾਰਥ, ਝੂਠ ਚੁਗਲੀ, ਨਿੰਦਿਆ, ਦਵੈਸ਼, ਭਾਵਨਾ, ਵਿਕਾਰ, ਕਿੰਨਾ ਕੁਝ ਗਿਣ ਲਈਏ। ਬੜੀਆਂ ਗਹਿਰੇ ਤਲ ਦੇ ਉੱਤੇ ਇਹ ਨਦੀਆਂ ਵਗਦੀਆਂ ਪਈਆਂ ਨੇ, ਤੇ ਇਹਨਾਂ ਦੇ ਅੰਦਰ ਰੋਜ਼ ਮਨੁੱਖ ਡੁੱਬਦਾ ਪਿਆ ਹੈ। ਬਾਣੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੀ ਇਸ ਗੱਲ ਦੀ ਗਵਾਹੀ ਭਰੀ। ਸਤਿਗੁਰਾਂ ਨੇ ਆਖਿਆ, ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮੈਂ ਵੇਖਦਾ ਪਿਆ, ਆਪਣੇ ਨੇਤਰਾਂ ਦੇ ਨਾਲ ਰੋਜ਼ ਵੇਖਦਾ, ਨਿਤਾਂ ਪ੍ਰਤੀ ਸੰਸਾਰ ਦੇ ਜੀਵ ਇਹਨਾਂ ਮੋਹ ਮਾਇਆ ਦੀਆਂ ਨਦੀਆਂ ਦੇ ਵਿੱਚ ਡੁੱਬਦੇ ਪਏ ਨੇ। ਇਹ ਗੱਲ ਮੈਂ, ਇਹ ਬਚਨ ਤੁਹਾਡੇ ਨਾਲ ਤਾਂ ਸਾਂਝ ਪਾਇਆ ਕਿਉਂਕਿ ਇੱਕ ਥਾਂ ਦੇ ਉੱਤੇ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਕਿ ਜਿਹੜਾ ਗੁਰੂ ਹੈ ਨਾ, ਉਹ ਗੁਰੂ ਆਪਣੇ ਗੁਰਸਿੱਖ ਦੇ ਲਈ ਪੁੱਲ ਬਣ ਜਾਂਦਾ ਹੈ, ਜਿਹਨੂੰ ਆਪਾਂ ਬ੍ਰਿਜ ਕਹਿੰਦੇ ਹਾਂ। ਪੁੱਲ ਹੁਣ ਕੀ ਕਰਦਾ ਹੈ? ਪੁੱਲ ਕੀ ਕਰਦਾ ਹੈ ਵੀ ਜਿਹੜੀ ਨਦੀ ਹੁੰਦੀ ਏ, ਆਪਣੇ ਆਪ ਨੂੰ ਉਹਦੇ ਉੱਤੇ ਫੈਲਾ ਦਿੰਦਾ ਹੈ। ਇੱਕ ਹਿੱਸਾ ਆਰ ਵਾਲੇ ਪਾਸੇ ਤੇ ਦੂਜਾ ਹਿੱਸਾ ਪਾਰ ਵਾਲੇ ਪਾਸੇ ਪੁੱਲ ਦਾ ਜੁੜਿਆ ਹੁੰਦਾ ਹੈ, ਤੇ ਨਦੀ ਪਾਰ ਕਰਨ ਵਾਲਾ ਰਾਹਗੀਰ ਬੜੀ ਸਹਿਜਤਾ ਦੇ ਨਾਲ, ਆਸਾਨੀ ਦੇ ਨਾਲ ਉਸ ਪੁੱਲ ਦੇ ਉੱਤੇ ਚੱਲ ਕੇ ਆਰ ਤੋਂ ਪਾਰ ਲੰਘ ਸਕਦਾ ਹੈ। ਪੁੱਲ ਦਾ ਇਹੀ ਕੰਮ ਹੈ। ਤੇ ਸਾਡਾ ਗੁਰੂ ਵੀ ਐਡਾ ਮਹਾਨ ਹੈ। ਗੁਰੂ ਆਖਦਾ, ਗੁਰਸਿੱਖਾ ਮੈਂ ਤੇਰੇ ਲਈ ਪੁੱਲ ਬਣਨ ਲਈ ਤਿਆਰ ਹਾਂ। ਤੂੰ ਮੇਰੇ ਇੱਕ ਹੱਥ ਦੇ ਵਿੱਚ ਆਪਣਾ ਹੱਥ ਫੜਾ, ਮੇਰਾ ਹੱਥ ਪਰਮੇਸ਼ਵਰ ਨੇ ਫੜਿਆ ਹੋਇਆ, ਭਾਵ ਗੁਰੂ ਦਾ ਹੱਥ ਪਰਮੇਸ਼ਵਰ ਨੇ ਫੜਿਆ ਹੋਇਆ। ਗੁਰੂ ਤੇਰਾ ਹੱਥ ਪਕੜ ਕੇ ਪਰਮੇਸ਼ਵਰ ਦੇ ਹੱਥ ਦੇ ਵਿੱਚ ਫੜਾ ਦਿੰਦਾ ਹੈ। ਭਾਵ ਤੂੰ ਗੁਰੂ ਦੇ ਨਾਲ ਜੁੜ ਕੇ
ਇਸ ਸੰਸਾਰ ਤੋਂ ਨਿਰੰਕਾਰ ਦੇ ਘਰ ਤੱਕ ਪਹੁੰਚ ਸਕਦਾ ਹੈ। ਇਹਨਾਂ ਮੋਹ ਮਾਇਆ ਦੀਆਂ ਨਦੀਆਂ ਦੇ ਵਿੱਚ ਗੁਰੂ ਤੈਨੂੰ ਡੁੱਬਣ ਨਹੀਂ ਦੇਵੇਗਾ, ਗੁਰੂ ਤੈਨੂੰ ਖੁਆਰ ਨਹੀਂ ਹੋਣ ਦੇਵੇਗਾ ਇਹਨਾਂ ਵਿਕਾਰਾਂ ਦੀ ਅਗਨ ਦੇ ਵਿੱਚ। ਸਤਿਗੁਰਾਂ ਦੇ ਬਚਨ ਆਪਾਂ ਪੜ੍ਹਦੇ ਹਾਂ, ਗੁਰਮੁਖ ਬਾਂਧਿਓ ਸੇਤ ਵਿਧਾਤਾ, ਸੇਤ ਆਖਦੇ ਨੇ ਸੇਤੂ ਨੂੰ, ਸੇਤੂ ਦਾ ਭਾਵ ਪੁੱਲ। ਗੁਰੂ ਪੁੱਲ ਹੈ ਜਿਹਦੇ ਉੱਤੇ ਗੁਰਸਿੱਖ ਚੱਲ ਕੇ ਸ਼ਬਦ ਨੂੰ ਧਾਰਨ ਕਰਕੇ ਉਹਦੀ ਰਜ਼ਾ ਦੇ ਵਿੱਚ ਚੱਲ ਕੇ ਇਸ ਸੰਸਾਰ ਤੋਂ ਨਿਰੰਕਾਰ ਦੇ ਘਰ ਦੇ ਵਿੱਚ ਅਭੇਦ ਹੋ ਸਕਦਾ ਹੈ। ਤੇ ਸਤਿਗੁਰਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਗੁਰ ਪਰਮੇਸ਼ਰ ਇੱਕ ਹੋ ਜਾਣ ਕਿ ਬੰਦਿਆ ਗੁਰੂ ਨੂੰ ਤੇ ਪਰਮੇਸ਼ਵਰ ਨੂੰ ਕੇਵਲ ਇੱਕ ਜਾਣਨਾ ਕਰ, ਕਿਉਂਕਿ ਗੁਰੂ ਤੋਂ ਬਿਨਾਂ ਹੋਰ ਕੋਈ ਐਸਾ ਜ਼ਰੀਆ ਨਹੀਂ, ਕੋਈ ਐਸਾ ਰਾਹ ਨਹੀਂ ਜਿਹਦੇ ਉੱਤੇ ਤੁਰ ਕੇ ਤੂੰ ਪਰਮੇਸ਼ਵਰ ਨੂੰ ਮਿਲ ਸਕੇ। ਇਉਂ ਕਹਿ ਲਵਾਂ ਕਿ ਪਰਮੇਸ਼ਵਰ ਨੇ ਆਪਣੇ ਆਪ ਨੂੰ ਗੁਰੂ ਦੇ ਵਿੱਚ ਟਿਕਾਇਆ ਹੋਇਆ ਹੈ। ਇਹ ਬੜੀ ਗੱਲ ਸਮਝਣ ਯੋਗ ਹੈ, ਬੜੀ ਗਹਿਰ ਗੰਭੀਰ ਗੱਲ ਆਖੀ ਸਤਿਗੁਰਾਂ ਨੇ ਬਾਣੀ ਦੇ ਵਿੱਚ। ਖਿਆਲ ਕਰਿਆ ਜੇ, ਜਿਹੜਾ ਗੁਰੂ ਹੈ ਨਾ, ਗੁਰੂ ਜਿਹੜਾ ਹੈ ਇਹ ਪਰਮਾਤਮਾ ਦਾ ਸਰਗੁਣ ਸਰੂਪ ਹੈ ਤੇ ਪਰਮਾਤਮਾ ਆਪ ਨਿਰਗੁਣ ਸਰੂਪ ਹੈ। ਹੁਣ ਉਸ ਨਿਰਗੁਣ ਨੇ ਆਪਣੇ ਆਪ ਨੂੰ ਗੁਰੂ ਰੂਪੀ ਸਰਗੁਣ ਦੇ ਅੰਦਰ ਟਿਕਾਇਆ ਹੋਇਆ, ਭਾਵ ਪਰਮੇਸ਼ਵਰ ਨੇ ਜੋ ਵੀ ਹੁਕਮ ਕਰਨਾ ਹੈ, ਜੋ ਵੀ ਨਿਯਮ ਲਾਗੂ ਕਰਨਾ ਹੈ, ਜੋ ਵੀ ਪਰਮੇਸ਼ਵਰ ਨੇ ਆਪਣੇ ਭਗਤਾਂ ਦੇ ਨਾਲ, ਸੰਸਾਰ ਦੇ ਜੀਵਾਂ ਦੇ ਨਾਲ ਗੱਲ ਕਰਨੀ ਹੈ, ਗੁਰੂ ਤੇ ਰਾਹੀਂ ਕਰਨੀ ਹੈ, ਸਿੱਧੇ ਤੌਰ ਤੇ ਨਹੀਂ। ਪਰਮੇਸ਼ਵਰ ਨੇ ਆਪਣੇ ਆਪ ਨੂੰ ਗੁਰੂ ਦੇ ਵਿੱਚ ਟਿਕਾਇਆ। ਤਾਂ ਹੀ ਤੇ ਸਤਿਗੁਰਾਂ ਨੇ ਆਖਿਆ ਬਾਣੀ ਦੇ ਵਿੱਚ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਨਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਸਤਿਗੁਰੂ ਜੀ ਆਖਦੇ ਨੇ, ਅੰਦਰ ਦੀਆਂ ਵਿਕਾਰਾਂ ਦੀਆਂ ਬਿਰਤੀਆਂ ਨੂੰ ਮਾਰ ਕੇ ਜਿਹੜਾ ਗੁਰੂ ਏ, ਇਹ ਬੰਦਿਆ ਤੇਰੇ ਅੰਦਰ ਵੀ ਪਰਮੇਸ਼ਵਰ ਨੂੰ ਪ੍ਰਗਟ ਕਰ ਦਿੰਦਾ ਏ, ਤੇਰੀ ਆਤਮਾ ਨੂੰ ਵੀ ਪਰਮਾਤਮਾ ਦੇ ਬਿਲਕੁਲ ਸਨਮੁਖ ਲਿਆ ਕੇ ਖੜਾ ਕਰ ਦਿੰਦਾ ਹੈ। ਗੁਰੂ ਤੋਂ ਬਿਨਾਂ ਤੂੰ ਪਰਮੇਸ਼ਵਰ ਨੂੰ ਮਿਲ ਨਹੀਂ ਸਕਦਾ। ਇੱਕ ਉਦਾਹਰਨ ਦੇ ਕੇ ਥੋੜ੍ਹੀ ਜਿਹੀ ਵਿਚਾਰ ਹੋਰ ਸੁਖੈਨ ਕਰਾਂ। ਵੇਖੋ, ਸੂਰਜ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਨੰਗੀਆਂ ਅੱਖਾਂ ਦੇ ਨਾਲ ਵੇਖਣਾ ਬੜਾ ਕਠਿਨ ਹੈ। ਡਾਕਟਰ ਸਾਇੰਸ ਇਹ ਗੱਲ ਦੀ ਗਵਾਹੀ ਭਰਦੀ ਏ ਵੀ ਨੰਗੀਆਂ ਅੱਖਾਂ ਦੇ ਨਾਲ ਸੂਰਜ ਨਹੀਂ ਵੇਖਣਾ ਚਾਹੀਦਾ। ਇਹ ਨੇਤਰ ਜਿਹੜੇ ਨੇ, ਇਹ ਅੱਖਾਂ ਦੀ ਰੌਸ਼ਨੀ ਜਿਹੜੀ ਹੈ ਖਰਾਬ ਹੋ ਸਕਦੀ ਹੈ। ਪਰ ਜਿਹੜਾ ਚੰਦਰਮਾ ਹੈ ਨਾ, ਚੰਦਰਮਾ ਨੂੰ ਸਿੱਧੇ ਤੌਰ ਤੇ ਇਨਸਾਨ ਨਿਹਾਰ ਸਕਦਾ ਹੈ, ਸਿੱਧੇ ਤੌਰ ਤੇ ਵੇਖ ਸਕਦਾ ਹੈ। ਪਰ ਵਿਗਿਆਨ ਨੇ ਇੱਕ ਗੱਲ ਸਾਬਤ ਕੀਤੀ ਵੀ ਜਿਹੜਾ ਚੰਦਰਮਾ ਹੈ ਇਹ ਵੀ ਇੱਕ ਆਮ ਧਰਤੀ ਦੇ ਵਾਂਗੂ ਹੈ, ਭਾਵ ਇਹਦੇ ਕੋਲ ਆਪਣੇ ਕੋਲ ਰੌਸ਼ਨੀ ਨਹੀਂ। ਤੇ ਚੰਦਰਮਾ ਦਿਖਦਾ ਕਿਵੇਂ ਹੈ? ਦਰਅਸਲ ਵਿਗਿਆਨ ਕਹਿੰਦੀ ਏ ਕਿ ਜਿਹੜਾ ਸੂਰਜ ਹੈ, ਸੂਰਜ ਦੀ ਰੌਸ਼ਨੀ ਚੰਦਰਮਾ ਦੀ ਧਰਤੀ ਤੇ ਪੈਂਦੀ ਏ, ਭਾਵ ਸੂਰਜ ਆਪਣਾ ਪ੍ਰਕਾਸ਼ ਚੰਦਰਮਾ ਨੂੰ ਦਿੰਦਾ ਹੈ, ਤੇ ਫਿਰ ਚੰਦਰਮਾ ਦਾ ਪ੍ਰਕਾਸ਼ ਇਸ ਧਰਤੀ ਦੇ ਉੱਤੇ, ਚੰਦਰਮਾ ਦੀਆਂ ਰਿਸ਼ਮਾਂ ਇਸ ਧਰਤੀ ਦੇ ਉੱਤੇ ਪੈਂਦੀਆਂ ਤੇ ਬੰਦਾ ਨਿਹਾਰਦਾ ਉਹਨੂੰ, ਉਹਦਾ ਆਪਣਾ ਪ੍ਰਕਾਸ਼ ਨਹੀਂ। ਸੂਰਜ ਕੋਲੋਂ ਪ੍ਰਕਾਸ਼ ਲੈਂਦਾ ਤੇ ਤਾਂ ਜਾ ਕੇ ਦੁਨੀਆ ਨੂੰ ਪ੍ਰਕਾਸ਼ ਦਿੰਦਾ ਹੈ, ਉਹਦਾ ਆਪਣਾ ਪ੍ਰਕਾਸ਼ ਨਹੀਂ। ਪਰ ਸੂਰਜ ਨੂੰ ਨੰਗੇ ਅੱਖਾਂ ਦੇ ਨਾਲ ਵੇਖਿਆ ਨਹੀਂ ਜਾ ਸਕਦਾ, ਚੰਦਰਮਾ ਨੂੰ ਵੇਖਿਆ ਜਾ ਸਕਦਾ ਹੈ। ਹੁਣ ਗੁਰੂ ਵੀ ਇਸੇ ਪ੍ਰਕਾਰ ਨਿਰੰਕਾਰ ਨੇ ਆਪਣੇ ਆਪ ਨੂੰ ਗੁਰੂ ਦੇ ਅੰਦਰ ਟਿਕਾਇਆ ਹੋਇਆ। ਸਿੱਧੇ ਤੌਰ ਤੇ ਜਿਵੇਂ ਤੁਸੀਂ ਸੂਰਜ ਨੂੰ ਨਹੀਂ ਵੇਖ ਸਕਦੇ, ਇਸੇ ਪ੍ਰਕਾਰ ਪ੍ਰਮਾਤਮਾ ਨੂੰ ਨਹੀਂ ਨਿਹਾਰਿਆ ਜਾ ਸਕਦਾ ਸਿੱਧੇ ਤੌਰ ਤੇ। ਗੁਰੂ ਵਿੱਚ ਵਿਚੋਲਾ ਬਣਦਾ ਹੈ। ਗੁਰੂ ਆਪਣੇ ਪ੍ਰਕਾਸ਼ ਦੇ ਰਾਹੀਂ, ਆਪਣੇ ਗਿਆਨ ਦੇ ਰਾਹੀਂ ਪਰਮੇਸ਼ਵਰ ਦਾ ਅਹਿਸਾਸ ਕਰਾਉਂਦਾ ਹੈ, ਪਰਮੇਸ਼ਵਰ ਦਾ ਗੁਰੂ ਸਵਾਰੋ ਅਨੁਭਵ ਕਰਵਾ ਦਿੰਦਾ ਹੈ ਗੁਰਸਿੱਖ ਨੂੰ।
ਤਾਂ ਹੀ ਤੇ ਸਤਿਗੁਰਾਂ ਨੇ ਆਖਿਆ, ਆਪਾਂ ਜਿੰਨੇ ਵੀ ਬਾਣੀ ਪੜ੍ਹਦੇ ਆ ਨਾ, ਇਹ ਸਾਰੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਕਿਤੇ ਨਹੀਂ ਆਖਿਆ ਕਿ ਇਹ ਸਾਡੀ ਬਾਣੀ ਹੈ, ਇਹ ਸਾਡਾ ਹੁਕਮ ਹੈ। ਨਹੀਂ, ਸਤਿਗੁਰਾਂ ਨੇ ਆਖਿਆ ਨਹੀਂ, ਇਹ ਨਿਰੰਕਾਰ ਦਾ, ਪਰਮੇਸ਼ਵਰ ਦਾ ਹੁਕਮ ਹੈ, ਜੋ ਅਸੀਂ ਆਪਣੇ ਮੁਖ ਦੇ ਰਾਹੀਂ ਤੁਹਾਨੂੰ ਸੁਣਾਉਣ ਦਾ ਯਤਨ ਕਰਦੇ ਹਾਂ, ਸਮਝਾਉਣ ਦਾ ਯਤਨ ਕਰਦੇ ਹਾਂ। ਬਾਣੀ ਦੇ ਬਚਨ ਪੜ੍ਹੋ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਬਾਣੀ ਦੇ ਬਚਨ ਪੜ੍ਹੋ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਤਿਗੁਰਾਂ ਨੇ ਆਖਿਆ ਇਹ ਨਿਰੰਕਾਰ ਦੀ, ਧੁਰ ਦੀ, ਖਸਮ ਦੀ ਬਾਣੀ ਹੈ, ਸਾਡੀ ਨਹੀਂ। ਹਾਂ, ਹਰ ਕਰਤਾ ਮੂੰਹੋਂ ਆਪ ਕਢਾਏ, ਕਰਤਾ ਆਪ ਸਾਡੇ ਮੂੰਹ ਦੇ ਵਿੱਚੋਂ ਕਢਵਾ ਰਿਹਾ ਹੈ। ਕਰਤਾ ਸਾਡੇ ਆਪ ਮੁਖ ਦੇ ਵਿੱਚੋਂ ਬਾਣੀ ਕਢਵਾ ਰਿਹਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਖਸਮ ਦੀ ਬਾਣੀ ਹੈ, ਪਰਮੇਸ਼ਵਰ ਦੀ ਬਾਣੀ। ਪਰਮੇਸ਼ਵਰ ਗੁਰੂ ਦੇ ਅੰਦਰ ਵਰਤਦਾ ਏ, ਤੇ ਗੁਰੂ ਜਿਹੜਾ ਏ ਪਰਮੇਸ਼ਵਰ ਦੇ ਹੁਕਮ ਨੂੰ ਸੰਸਾਰ ਨੂੰ ਸੁਣਾਉਂਦਾ ਸਰਗੁਣ ਰੂਪ ਦੇ ਅੰਦਰ। ਜਿਵੇਂ ਫੁੱਲ ਤੇ ਫੁੱਲ ਦੀ ਮਹਿਕ ਹੁੰਦੀ ਹੈ, ਮਹਿਕ ਨਜ਼ਰ ਨਹੀਂ ਆਉਂਦੀ, ਫੁੱਲ ਨਜ਼ਰ ਆਉਂਦਾ ਹੈ, ਪਰ ਫੁੱਲ ਦੇ ਅੰਦਰ ਮਹਿਕ ਵਰਤਦੀ ਹੈ। ਇਸੇ ਪ੍ਰਕਾਰ ਗੁਰੂ ਦੇ ਅੰਦਰ ਪਰਮੇਸ਼ਵਰ ਵਰਤਦਾ ਹੈ। ਇੱਕ ਬਚਨ ਆਪਾਂ ਪੜ੍ਹਦੇ ਹਾਂ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ, ਬਾਸੀਠ ਹਰ ਨਾਮੋ ਮੰਤਰ ਦੜਾਏਂਦਾ। ਗੁਰੂ ਸਾਡਾ ਵਿਚੋਲਾ ਬਣਦਾ, ਸਾਡਾ ਵਕੀਲ ਬਣਦਾ, ਸਾਡੇ ਸੱਚ ਦੀ ਗਵਾਹੀ ਨਿਰੰਕਾਰ ਦੇ ਘਰ ਦੇ ਵਿੱਚ ਭਰਦਾ ਏ। ਸਤਿਗੁਰੂ ਜੀ ਆਖਦੇ ਨੇ ਕਿ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ, ਬਸੀਠ ਹਰ ਨਾਮੋ ਮੰਤਰ ਦੜਾਏਂਦਾ। ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ। ਗੁਰੂ ਵਾਹਿਗੁਰੂ ਮੰਤਰ ਦਿੰਦਾ ਏ, ਤੇ ਉਸ ਵਾਹਿਗੁਰੂ ਮੰਤਰ ਦੇ ਰਾਹੀਂ ਗੁਰੂ ਪਰਮੇਸ਼ਵਰ ਦੇ ਨਾਲ ਮਿਲਾ ਦਿੰਦਾ, ਸ਼ਬਦ ਦੇ ਰਾਹੀਂ ਸਾਡਾ ਮਿਲਾਪ ਹੋ ਜਾਂਦਾ ਏ। ਇਹਨੂੰ ਕਿਹਾ ਗਿਆ ਗੁਰੂ। ਜਿਹਨੂੰ ਵੇਖ ਕੇ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ, ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਗੁਰੂ ਦੇ ਦੀਦਾਰੇ ਕੀਤਿਆਂ, ਗੁਰੂ ਦੇ ਦਰਸ਼ਨ ਪਾਇਆ, ਗੁਰੂ ਦੇ ਨਾਲ ਮਿਲਿਆ ਹੋਇਆਂ ਅੰਦਰ ਠੰਡਾ ਹੁੰਦਾ ਏ, ਅੰਦਰ ਗਿਆਨ ਪੈਦਾ ਹੁੰਦਾ ਹੈ, ਅੰਦਰ ਰੌਸ਼ਨੀ ਪੈਦਾ ਹੁੰਦੀ ਏ, ਅੰਦਰ ਪ੍ਰਕਾਸ਼ ਪੈਦਾ ਹੁੰਦਾ ਹੈ, ਅਗਿਆਨਤਾ ਦਾ ਅੰਧਕਾਰ ਦੂਰ ਹੁੰਦਾ ਏ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇਸ ਸੰਸਾਰ ਦੇ ਉੱਤੇ ਆਏ, ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਸ਼ਬਦਾਂ ਦੇ ਅੰਦਰ ਉਸ ਘਟਨਾ ਨੂੰ ਬਿਆਨ ਕੀਤਾ ਹੈ। ਉਹਨਾਂ ਨੇ ਆਖਿਆ, ਇੰਨਾ ਅੰਧਕਾਰ ਦੁਨੀਆ ਦੇ ਉੱਤੇ ਗੁਰੂ ਤੋਂ ਬਿਨਾਂ, ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਾਰੀ ਦੁਨੀਆ ਜਿਹੜੀ ਹੈ ਗੁਰੂ ਤੋਂ ਬਿਨਾਂ ਭਟਕ ਰਹੀ ਸੀ। ਪਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਉੱਤੇ ਆਏ, ਉਹਨਾਂ ਨੇ ਸੰਸਾਰ ਨੂੰ ਕੀ ਦਿੱਤਾ? ਉਹਨਾਂ ਨੇ ਸੰਸਾਰ ਨੂੰ ਪ੍ਰਕਾਸ਼ ਦਿੱਤਾ, ਗਿਆਨ ਦਾ ਪ੍ਰਕਾਸ਼, ਸ਼ਬਦ ਦਾ ਪ੍ਰਕਾਸ਼, ਪਰਮੇਸ਼ਵਰ ਦੇ ਘਰ ਦੀ ਸੋਝੀ ਦਾ ਪ੍ਰਕਾਸ਼ ਬਖਸ਼ਿਆ, ਤੇ ਇਸ ਭਟਕ ਰਹੀ ਹੋਈ ਲੋਕਾਈ ਨੂੰ ਨਿਰੰਕਾਰ ਦੇ ਨਾਲ ਜੋੜਿਆ। ਉਹ ਸ਼ਬਦ ਭਾਵੇਂ ਦੀ ਪ੍ਰਕਾਸ਼ ਪੁਰਬਾਂ ਦੇ ਉੱਤੇ ਪੜ੍ਹਿਆ ਜਾਂਦਾ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੈ ਅੰਧੇਰ ਪਲੋਆ। ਸਤਿਗੁਰੂ ਜੀ ਆ ਭਾਈ ਗੁਰਦਾਸ ਜੀ ਆਖਦੇ ਨੇ, ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਉੱਤੇ ਆਏ, ਜਿਵੇਂ ਸੂਰਜ ਚੜ੍ਹਦਾ ਤੇ ਜਿਹੜਾ ਧਰਤੀ ਦਾ ਅੰਧਕਾਰ ਹੈ ਉਹ ਦੂਰ ਹੋ ਜਾਂਦਾ ਹੈ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਆਏ, ਮਨਾਂ ਦੇ ਵਿੱਚੋਂ ਅੰਧਕਾਰ ਦੂਰ ਕਰਕੇ ਗਿਆਨ ਦਾ, ਸ਼ਬਦ ਦਾ ਦੀਪਕ ਬਾਲਿਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ। ਇੰਨਾ ਮਹਾਨ ਹੈ ਸਾਡਾ ਗੁਰੂ। ਐਸੇ ਮਹਾਨ ਗੁਰੂ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ। ਜੇ ਗੁਰੂ ਸਵਾਰਿਓ ਇਸ ਜੀਵਨ ਨੂੰ ਸਫਲਾ ਕਰਨਾ, ਉਹਦੇ ਤੋਂ ਬਿਨਾਂ ਇਹ ਜੀਵਨ ਕਦੀ ਸਫਲਾ ਨਹੀਂ ਹੋ ਸਕਦਾ। ਜਿੰਨੇ ਮਰਜ਼ੀ ਤੁਸੀਂ ਧਰਮ ਦੇ ਨਾਮ ਦੇ ਉੱਤੇ ਕਰਮਕਾਂਡ ਕਰੀ ਜਾਓ, ਜਿੰਨਾ ਮਰਜ਼ੀ ਤੁਸੀਂ ਧਰਮ ਦੇ ਨਾਮ ਦੇ ਉੱਤੇ ਪਾਠ ਪੂਜਾ ਕਰੀ ਜਾਓ, ਜੇ ਤੁਸੀਂ ਗੁਰੂ ਵਾਲੇ ਨਹੀਂ ਬਣੇ ਤੇ ਖਿਮਾ ਕਰਿਆ ਜੇ, ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਜੇ ਹੋ ਸਕਦੀ। ਸਤਿਗੁਰਾਂ ਨੇ ਆਖਿਆ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਹੀ ਇੱਕ ਓੰਕਾਰ ਨੂੰ ਮਿਲਿਆ ਜਾ ਸਕਦਾ ਹੈ। ਕਿਰਪਾ ਕਿਹਨੂੰ ਕਹਿੰਦੇ ਨੇ?
ਮੈਂ ਤੁਹਾਡਾ ਧਿਆਨ ਇਹਦੇ ਵੱਲ ਵੀ ਦਿਵਾ ਦਿਆਂ। ਦਰਅਸਲ ਮਨੁੱਖ ਨੂੰ ਪੁੱਛੋ, ਅੱਜ ਨਾ ਅਸੀਂ ਬੜੇ ਹਲਕੇ ਜਿਹੇ ਸ਼ਬਦ ਵਰਤਣ ਲੱਗ ਪਏ ਕਿਰਪਾ ਦੇ ਸੰਬੰਧੀ। ਇਨਸਾਨ ਨੂੰ ਪੁੱਛੋ ਵੀ ਕਿਵੇਂ ਦਾ ਜੀਵਨ ਹੈ, ਉਹ ਆਖਦਾ ਬੜੀ ਕਿਰਪਾ ਹੈ ਜੀ, ਬੜੀ ਕਿਰਪਾ ਹੈ। ਕਿਸੇ ਨੂੰ ਸੋਹਣਾ ਘਰ ਮਿਲ ਗਿਆ, ਚੰਗਾ ਘਰ ਪ੍ਰਾਪਤ ਹੋ ਗਿਆ, ਉਹ ਆਖੇਗਾ ਜੀ ਹਾਂ ਜੀ ਬੜੀ ਪਰਮੇਸ਼ਵਰ ਦੀ ਕਿਰਪਾ ਹੋਈ, ਘਰ ਮਿਲ ਗਿਆ ਹੈ। ਕਿਸੇ ਦੇ ਘਰ ਪੁੱਤਰ ਜਨਮ ਲੈ ਲਵੇ, ਉਹ ਆਖਦਾ ਜੀ ਬੜੀ ਕਿਰਪਾ ਹੋ ਗਈ ਹੈ, ਬੜੀ ਮਿਹਰਮਤ ਹੋ ਗਈ ਹੈ, ਪੁੱਤਰ ਦੀ ਸੰਤਾਨ ਦੀ ਦਾਤ ਪ੍ਰਾਪਤ ਹੋਈ ਹੈ। ਕਿਸੇ ਨੂੰ ਨੌਕਰੀ ਮਿਲ ਜਾਵੇ, ਉਹ ਨੌਕਰੀ ਦਾ ਸੰਬੰਧ ਕਿਰਪਾ ਦੇ ਨਾਲ ਜੋੜ ਦਿੰਦਾ ਹੈ। ਕਿਸੇ ਨੂੰ ਕੋਈ ਹੋਰ ਗੱਡੀ ਪ੍ਰਾਪਤ ਹੋ ਗਈ, ਉਹ ਵੀ ਉਸ ਗੱਡੀ ਦਾ ਸੰਬੰਧ ਕਿਰਪਾ ਦੇ ਨਾਲ ਜੋੜ ਦਿੰਦਾ ਹੈ। ਪਰ ਮੈਨੂੰ ਖਿਮਾ ਕਰਿਓ ਜੇ ਜਿੱਥੋਂ ਤੱਕ ਮੈਂ ਸੋਚਦਾ ਹਾਂ, ਇਹ ਸਾਰਾ ਕੁਝ ਤੇ ਪੈਸੇ ਨਾਲ ਵੀ ਪ੍ਰਾਪਤ ਹੋ ਸਕਦਾ ਹੈ। ਤੁਸੀਂ ਪੈਸਾ ਖਰਚੋ, ਵੱਧ ਤੋਂ ਵੱਧ ਪੈਸਾ ਖਰਚੋ, ਲੱਖਾਂ ਕਰੋੜਾਂ ਖਰਚ ਲਵੋ, ਮਹਿਲ ਲੈ ਲਵੋ। ਤੁਸੀਂ ਪੈਸਾ ਖਰਚੋ, ਨੌਕਰੀਆਂ ਮਿਲ ਜਾਂਦੀਆਂ ਨੇ। ਤੁਸੀਂ ਪੈਸਾ ਖਰਚੋ, ਜਿੰਨੀ ਮਰਜ਼ੀ ਮਹਿੰਗੀ ਤੋਂ ਮਹਿੰਗੀ ਮੁੱਲ ਵਾਲੀ ਗੱਡੀ ਪ੍ਰਾਪਤ ਕਰ ਲਵੋ, ਸਾਰਾ ਕੁਝ ਪੈਸੇ ਨਾਲ ਮਿਲ ਜਾਂਦਾ ਹੈ। ਦਰਅਸਲ ਅਸੀਂ ਨਾ ਕਿਰਪਾ ਨੂੰ ਬੜੇ ਛੋਟੀਆਂ ਚੀਜ਼ਾਂ ਦੇ ਨਾਲ ਜੋੜ ਦਿੱਤਾ ਹੈ। ਤੁਸੀਂ ਖਿਆਲ ਕਰਿਓ, ਕਦੀ ਧਿਆਨ ਦਿਓ, ਅੱਜ ਸਾਨੂੰ ਮਹਿਲ ਮਿਲ ਗਿਆ, ਬੰਦਾ ਕਹਿੰਦਾ ਬੜੀ ਕਿਰਪਾ ਹੋ ਗਈ। ਕੱਲ੍ਹ ਨੂੰ ਜੇ ਮਹਿਲ ਖੋਹ ਲਿਆ, ਇਹਦਾ ਮਤਲਬ ਰੱਬ ਕ੍ਰੋਧਿਤ ਹੋ ਗਿਆ, ਰੱਬ ਦੀ ਕਿਰਪਾ ਚਲੇ ਗਈ, ਖੋਹ ਲਈ ਕਿਰਪਾ ਉਹਨੇ। ਅੱਜ ਸਾਨੂੰ ਪੁੱਤਰ ਮਿਲਿਆ, ਰੱਬ ਨਾ ਕਰੇ ਕੱਲ੍ਹ ਨੂੰ ਉਹ ਅਕਾਲ ਚਲਾਣਾ ਕਰ ਜਾਵੇ, ਤੇ ਇਹਦਾ ਮਤਲਬ ਰੱਬ ਨੇ ਕਿਰਪਾ ਖੋਹ ਲਈ, ਰੱਬ ਸਾਡੇ ਤੋਂ ਕ੍ਰੋਧਿਤ ਹੋ ਗਿਆ। ਅੱਜ ਨੌਕਰੀ ਮਿਲ ਗਈ, ਨੌਕਰੀ ਖੁੱਸ ਜਾਵੇ, ਬੰਦਾ ਰੱਬ ਦਾ ਵੈਰੀ ਬਣ ਜਾਣਾ। ਜੇ ਅੱਜ ਸਾਨੂੰ ਗੱਡੀ ਪ੍ਰਾਪਤ ਹੋਈ ਏ, ਕੱਲ੍ਹ ਨੂੰ ਗੱਡੀ ਖਰਾਬ ਹੋ ਗਈ, ਖਤਮ ਹੋ ਗਈ, ਖੋਹ ਲਈ, ਟੁੱਟ ਗਈ, ਭੱਜ ਗਈ, ਤੇ ਬੰਦਾ ਆਖੇਗਾ ਕਿ ਕਿਰਪਾ ਚਲੇ ਗਈ, ਰੱਬ ਸਾਡਾ ਵੈਰੀ ਬਣ ਗਿਆ। ਨਹੀਂ, ਇਹ ਕਿਰਪਾ ਨਹੀਂ। ਤੁਸੀਂ ਬਾਣੀ ਦਾ ਬਚਨ ਪੜ੍ਹੋ, ਆਨੰਦ ਆਨੰਦ ਸਭ ਕੋ ਕਹੈ, ਸਾਰੇ ਕਹੀ ਜਾਂਦੇ ਨੇ ਬੜੀ ਕਿਰਪਾ, ਬੜੀ ਕਿਰਪਾ। ਨਹੀਂ, ਗੁਰੂ ਤੋਂ ਪੁੱਛੋ ਕਿਰਪਾ ਕੀ ਹੁੰਦੀ ਏ, ਉਹ ਆਖਦੇ ਨੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ। ਆ ਹੈ ਅਸਲ ਦੇ ਵਿੱਚ ਕਿਰਪਾ। ਅੰਦਰ ਦਾ ਅੰਧਕਾਰ ਕਿਰਪਾ ਦੇ ਰਾਹੀਂ ਚਲਿਆ ਜਾਂਦਾ ਹੈ, ਅੰਦਰ ਦੇ ਵਿਕਾਰ ਮਿਟ ਜਾਂਦੇ ਨੇ, ਅੰਦਰ ਅਗਿਆਨਤਾ ਦਾ ਹਨੇਰਾ ਮੁੱਕ ਜਾਂਦਾ ਹੈ, ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਆ ਹੈ ਅਸਲੀ ਗੁਰੂ ਦੀ ਕਿਰਪਾ, ਜਿਹੜੀ ਕਦੀ ਮੁੱਕਦੀ ਨਹੀਂ, ਫਿਰ ਦਿਨ ਰਾਤ ਵਰਸਦੀ ਏ। ਕਰ ਕਿਰਪਾ ਕਿਲਵੇ ਕੱਟੇ, ਗਿਆਨ ਅੰਜਨ ਸਾਰਿਆ, ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਅੰਦਰੋਂ ਜਿਨ ਕਾ ਮੋਹ ਟੁੱਟਾ, ਗੁਰੂ ਸਵਾਰਿਓ, ਅੰਦਰੋਂ ਮੋਹ ਦੀਆਂ ਬਿਰਤੀਆਂ ਮੁੱਕ ਜਾਂਦੀਆਂ। ਮੋਹ ਦੀ ਬਿਰਤੀ ਪਤਾ ਕੀ ਹੁੰਦੀ ਏ? ਦੋਹਰਾ ਜੀਵਨ ਬਤੀਤ ਕਰਨਾ। ਅਸਲ ਦੇ ਵਿੱਚ ਮੋਹ ਦੇ ਅਰਥ ਇਹ ਨੇ, ਦੋਹਰਾ ਜੀਵਨ ਬਤੀਤ ਕਰਨਾ। ਦੋਹਰਾ ਜੀਵਨ ਕਿਹਨੂੰ ਆਪਾਂ ਕਹਿ ਸਕਦੇ ਹਾਂ? ਜਿਵੇਂ ਘਰ ਦੇ ਵਿੱਚ ਵਿਵਹਾਰ ਆਪਣੇ ਪਰਿਵਾਰ ਦੇ ਪ੍ਰਤੀ ਹੋਰ ਤਰ੍ਹਾਂ ਦਾ ਹੋਵੇ ਮਨੁੱਖ ਦਾ। ਘਰ ਦੇ ਵਿੱਚ ਪਰਿਵਾਰ ਦੇ ਨਾਲ, ਜੀਆਂ ਦੇ ਨਾਲ ਪਿਆਰ ਵੀ ਕਰਦਾ ਹੈ, ਸਨੇਹ ਵੀ ਕਰਦਾ ਹੈ, ਪਰ ਜਿਹੜਾ ਵਿਵਹਾਰ ਪਰਿਵਾਰ ਨਾਲ ਕਰਦਾ ਬਾਹਰ ਨਹੀਂ ਕਰਦਾ। ਬਾਹਰ ਕ੍ਰੋਧਿਤ ਹੁੰਦਾ, ਗੁੱਸੇ ਵੀ ਹੁੰਦਾ, ਲੋਕਾਂ ਨੂੰ ਮੰਦਾ ਚੰਗਾ ਵੀ ਕਹਿੰਦਾ। ਇਹ ਦੋਹਰਾ ਜੀਵਨ ਹੈ। ਆਪਣੇ ਬੱਚਿਆਂ ਨੂੰ ਸੀਨੇ ਲਾਉਂਦਾ, ਆਪਣੇ ਬੱਚਿਆਂ ਨੂੰ ਪਿਆਰ ਕਰਦਾ, ਆਪਣੇ ਬੱਚਿਆਂ ਨੂੰ ਪ੍ਰੇਮ ਦੀ ਨਿਗਾਹ ਨਾਲ ਵੇਖਦਾ, ਦੂਜਿਆਂ ਦੇ ਬੱਚਿਆਂ ਨੂੰ ਕ੍ਰੋਧ ਦੀ ਨਿਗਾਹ ਨਾਲ ਵੇਖਦਾ। ਇਹ ਦੋਹਰਾ ਜੀਵਨ ਹੈ। ਆਪਣੇ ਘਰ ਦੇ ਅੰਦਰ ਬੜਾ ਚੰਗਾ ਬਣ ਕੇ ਰਹਿੰਦਾ, ਬੜਾ ਚੰਗਾ ਵਿਵਹਾਰ ਕਰਦਾ, ਤੇ ਦੂਜਿਆਂ ਨਾਲ ਬੜਾ ਮਾੜਾ ਵਿਵਹਾਰ ਕਰਦਾ। ਆਪਣੇ ਘਰ ਦੇ ਵਿੱਚ ਇਮਾਨਦਾਰ ਬੜਾ, ਤੇ ਬਾਹਰ ਠੱਗ ਬਹੁਤ ਵੱਡਾ ਬਣ ਜਾਂਦਾ। ਇਹ ਦੋਹਰਾ ਜੀਵਨ ਹੈ। ਅਸਲ ਦੇ ਵਿੱਚ ਕਿਰਪਾ ਕੀ ਏ? ਕਿਰਪਾ ਹੈ ਅੰਦਰ ਦੀਆਂ ਇਹ ਦੋਹਰੀਆਂ ਬਿਰਤੀਆਂ, ਮੋਹ ਦੀਆਂ ਬਿਰਤੀਆਂ ਗੁਰੂ ਦੀ ਕਿਰਪਾ ਦੇ ਸਦਕਾ ਕੱਟੀਆਂ ਜਾਂਦੀਆਂ ਨੇ, ਤੇ ਗੁਰੂ ਸਵਾਰਿਓ ਸਦੀ ਵੀ ਕਾਲ ਲਈ ਮਨ ਇੱਕ ਹੋ ਜਾਂਦਾ ਏ। ਸਤਿਗੁਰੂ ਜੀ ਆਖਦੇ ਨੇ, ਕਰ ਕਿਰਪਾ ਕਿਲਵੇ ਕੱਟੇ, ਗਿਆਨ
ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਸ਼ਬਦ ਦਾ ਭਾਵ ਉਹਦੇ ਬੋਲ ਸੱਚੇ ਹੋ ਜਾਂਦੇ ਨੇ, ਉਹਦੇ ਬੋਲਾਂ ਦੇ ਵਿੱਚ ਸੱਚਾਈ ਆ ਜਾਂਦੀ ਏ, ਉਹਦੇ ਬੋਲਾਂ ਦੇ ਵਿੱਚ ਫਰੇਬ ਝੂਠ ਜਾਂ ਵਿਕਾਰਾਂ ਦੀ ਬਿਰਤੀ ਨਹੀਂ ਰਹਿ ਜਾਂਦੀ। ਉਹਦੇ ਬੋਲ ਫਿਰ ਪਰਮੇਸ਼ਵਰ ਦੇ ਬੋਲ ਬਣ ਜਾਂਦੇ ਨੇ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਪਰ ਇਹ ਕਿਰਪਾ ਕੇਵਲ ਗੁਰੂ ਦੇ ਨਾਲ ਜੁੜ ਕੇ ਹੀ ਮਾਨੀ ਜਾ ਸਕਦੀ ਏ। ਇਹ ਕਿਰਪਾ ਪੈਸੇ ਦੇ ਨਾਲ ਨਹੀਂ ਖਰੀਦੀ ਜਾ ਸਕਦੀ, ਇਹ ਕਿਰਪਾ ਜ਼ੋਰ ਦੇ ਨਾਲ ਨਹੀਂ ਖਰੀਦੀ ਜਾ ਸਕਦੀ, ਇਹ ਕਿਰਪਾ ਕਿਸੇ ਬਲ ਦੇ ਨਾਲ ਨਹੀਂ ਖਰੀਦੀ ਜਾ ਸਕਦੀ। ਇਹ ਕਿਰਪਾ ਖਰੀਦੀ ਜਾ ਸਕਦੀ ਏ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਕਿਰਪਾ ਪ੍ਰਾਪਤ ਹੁੰਦੀ ਏ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਦੀ ਰਜ਼ਾ ਦੇ ਵਿੱਚ ਚੱਲ ਕੇ, ਗੁਰੂ ਦੇ ਸ਼ਬਦ ਨੂੰ ਧਾਰਨ ਕਰਕੇ ਹੀ ਇਹ ਕਿਰਪਾ ਕੇਵਲ ਹਾਸਲ ਕੀਤੀ ਜਾ ਸਕਦੀ ਹੈ। ਇੱਕ ਨੌਜਵਾਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਇਆ, ਬੜੀ ਕਾਹਲੀ ਦੇ ਨਾਲ ਉਹਨੇ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਨਾ, ਸਤਿਗੁਰਾਂ ਨੇ ਆਖਿਆ ਭਾਈ ਤੀਰਥੇ, ਉਹਦਾ ਨਾਮ ਤੀਰਥਾ ਸੀ। ਸਤਿਗੁਰਾਂ ਨੇ ਆਖਿਆ ਤੀਰਥਿਆ ਤੂੰ ਆਇਆ ਅੱਜ ਗੁਰੂ ਘਰ ਦੇ ਵਿੱਚ, ਮੈਂ ਬੜਾ ਹੈਰਾਨ ਹਾਂ। ਸਤਿਗੁਰਾਂ ਦੀ ਹੈਰਾਨੀ ਪਤਾ ਕਿਉਂ ਸੀ? ਕਿਉਂਕਿ ਇਹ ਸਖੀ ਸਰਵਰੀਏ ਦਾ ਬੜਾ ਵੱਡਾ ਪ੍ਰਚਾਰਕ ਸੀ ਆਪਣੇ ਸਮੇਂ ਦੇ ਅੰਦਰ। ਮੈਂ ਬਹੁਤੀ ਡਿਟੇਲ ਵਿੱਚ ਨਹੀਂ ਜਾਣਾ, ਇਤਿਹਾਸ ਬੜਾ ਲੰਮੇਰਾ ਇਹਦਾ। ਸਤਿਗੁਰਾਂ ਨੇ ਆਖਿਆ ਮੈਂ ਬੜਾ ਹੈਰਾਨ ਹੋਇਆ, ਤੂੰ ਗੁਰੂ ਨਾਨਕ ਦੇ ਘਰ ਦੇ ਵਿੱਚ, ਤੂੰ ਤੇ ਸਖੀ ਸਰਵਰੀਏ ਦਾ ਬੜਾ ਵੱਡਾ ਉਪਾਸਕ, ਬੜਾ ਵੱਡਾ ਪ੍ਰਚਾਰਕ ਹੈ। ਇਹਨੇ ਆਖਿਆ ਸਤਿਗੁਰੂ ਜੀ ਮੈਂ ਸਿੱਖੀ ਪ੍ਰਾਪਤ ਕਰਨ ਆਇਆ। ਸਤਿਗੁਰਾਂ ਨੇ ਆਖਿਆ ਨਹੀਂ, ਸਿੱਖੀ ਦੇ ਉੱਤੇ ਕਦੀ ਸਿੱਖੀ ਨਹੀਂ ਟਿਕਦੀ। ਸਤਿਗੁਰੂ ਜੀ ਕੀ ਭਾਵ? ਸਤਿਗੁਰਾਂ ਨੇ ਆਖਿਆ ਜੇ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਨੀ ਹੈ, ਪਹਿਲਾਂ ਸਖੀ ਸਰਵਰੀਏ ਦੀ ਸਿੱਖੀ ਛੱਡਣੀ ਪਵੇਗੀ। ਭਾਵ ਜਿਹੜੀ ਕਬਰ ਘਰ ਦੇ ਵਿੱਚ ਬਣਾਈਏ ਉਹ ਢਾਉਣੀ ਪਵੇਗੀ ਤੈਨੂੰ। ਸਖੀ ਸਰਵਰੀਏ ਦੀ ਕਬਰ ਢਾਉਣੀ ਪਵੇਗੀ ਤੈਨੂੰ। ਇਹਨੇ ਆਖਿਆ ਸਤ ਬਚਨ ਸੱਚੇ ਪਾਤਸ਼ਾਹ ਮੈਂ ਅੱਜ ਹੀ ਜਾ ਕੇ ਢਾ ਦਿਆਂਗਾ। ਸਤਿਗੁਰਾਂ ਨੇ ਆਖਿਆ ਫਿਰ ਜਾ ਕੇ ਢਾ ਕੇ ਆ ਪਹਿਲਾਂ। ਫਿਰ ਜਦੋਂ ਘਰ ਗਿਆ, ਸਖੀ ਸਰਵਰੀਏ ਜਿਹੜੀ ਕਬਰ ਬਣਾਈ ਸੀ ਉਹ ਕਬਰ ਢਾਈ, ਜਿਹੜੇ ਦੀਵੇ ਬਾਲਦਾ ਸੀ ਉਹ ਦੀਵੇ ਬਾਹਰ ਸੁੱਟੇ। ਨਗਰ ਦੇ ਲੋਕ ਬੜੇ ਹੈਰਾਨ ਹੋਏ, ਬੜੇ ਲੋਕਾਂ ਨੇ ਸਮਝਾਇਆ, ਕਈਆਂ ਨੇ ਆਖਿਆ ਨਹੀਂ ਇਹ ਪਾਗਲ ਹੋ ਗਿਆ, ਕਮਲਾ ਹੋ ਗਿਆ, ਸਖੀ ਸਰਵਰੀਏ ਦੀ ਕਬਰ ਨੂੰ ਢਾਇਆ, ਬੜਾ ਦੁੱਖ ਭੋਗਣਾ ਪੈਣਾ ਹੈ। ਵੈਸੇ ਸਮਾਂ ਵੀ ਇੱਕ ਦਿਨ ਐਸਾ ਹੀ ਆ ਗਿਆ ਇਹਦੇ ਜੀਵਨ ਦੇ ਵਿੱਚ। ਤਕਰੀਬਨ 84 ਪਿੰਡਾਂ ਦਾ ਇਹ ਚੌਧਰੀ ਸੀ, ਕੋਈ ਮਾਮੂਲੀ ਜਿਹਾ ਇਨਸਾਨ ਨਹੀਂ ਸੀ, ਬਹੁਤ ਅਮੀਰ ਤੇ ਬੜੀ ਗੁਰੂ ਸਵਾਰਿਓ ਆਪਣੇ ਸਮੇਂ ਦੇ ਵਿੱਚ ਮਾਣ ਸਤਿਕਾਰ ਵਾਲੀ ਹਸਤੀ ਸੀ ਆਪਣੇ ਨਗਰ ਦੇ ਵਿੱਚ। 84 ਪਿੰਡਾਂ ਦਾ ਚੌਧਰੀ, ਬੜਾ ਅਮੀਰ ਇਨਸਾਨ, ਲੋਕ ਸਤਿਕਾਰ ਕਰਦੇ ਸਨ। ਮਾਲ ਡੰਗਰ ਧਨ ਪਦਾਰਥ ਬਹੁਤ ਕੁਝ ਸੀ। ਲੋਕਾਂ ਨੇ ਇਹਦਾ ਚੌਧਰ ਪੂਣਾ ਵੀ ਖੋਹ ਲਿਆ। ਆਹਿਸਤਾ ਆਹਿਸਤਾ ਮਾਲ ਡੰਗਰ ਵੀ ਇਹਦਾ ਵਿਕ ਗਿਆ। ਭਾਵ ਗਰੀਬੀ ਜੀਵਨ ਦੇ ਵਿੱਚ ਆਉਣੀ ਸ਼ੁਰੂ ਹੋ ਗਈ। ਲੋਕਾਂ ਨੇ ਫਿਰ ਬੜਾ ਸਮਝਾਇਆ। ਲੋਕੀ ਆਪਣੇ ਵੱਲੋਂ ਬੜੀਆਂ ਸਲਾਹਾਂ ਦਿੰਦੇ ਨੇ ਵੀ ਭਾਈ ਤੀਰਥਿਆ ਇਹ ਸਾਰਾ ਕੁਝ ਤਾਂ ਹੋਇਆ ਕਿਉਂਕਿ ਤੂੰ ਸਖੀ ਸਰਵਰੀਏ ਨੂੰ ਨਾਰਾਜ਼ ਕਰ ਦਿੱਤਾ ਹੈ।